ਵਾਹਿਗੁਰੂ ਜੀ। ਵਾਹਿਗੁਰੂ ਜੀ। तेरे कवन कवन गुण कह गावा, तू साहिब गुणी निदान। तुमरी महिमा तुमरी महिमा वर्ण ना सको। तू ठाकुर ऊच भगवान। आनंद गुणी हाँ क्या सलाई के राम जंत। हाँ क्या सलाई के राम जंत। वड्डी तेरी वड्याई, वड्डी तेरी वड्याई। आऊं क्या सलाई इरम जंत। वड्डी तेरी वड्याई, तेरी वड्याई। तू अगम दयाल अगम है। आप ले मिलाई, आप ले मिलाई, आप ले वड्डी तेरी वड्याई, वड्डी तेरी वड्याई। मैं तुझ बिन बेनी को नहीं, तो अंत सुखाई, तो अंत
ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ। ਹਉ ਕਿਆ ਸਲਾਹੀ ਕਿਰਮ ਜੰਤ, ਹਉ ਕਿਆ ਸਲਾਹੀ ਕਿਰਮ ਜੰਤ। ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ। ਜੋ ਤੇਰੀ ਸਰਨਾਗਤੀ, ਤਿਨ ਲੈ ਛਡਾਈ, ਤਿਨ ਲੈ ਛਡਾਈ, ਤਿਨ ਲੈ ਛਡਾਈ। ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ। ਨਾਨਕ ਵੇ ਪਰਵਾਹ ਹੋਏ, ਨਾਨਕ ਵੇ ਪਰਵਾਹ, ਵੇ ਪਰਵਾਹ। ਨਾਨਕ ਵੇ ਪਰਵਾਹ, ਤਿਸ ਦਿਲ ਨਾ ਕਮਾਈ, ਤਿਸ ਦਿਲ ਨਾ ਕਮਾਈ, ਤਿਸ ਦਿਲ ਨਾ ਕਮਾਈ। ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ। ਹਉ ਕਿਆ ਸਲਾਹੀ ਕਿਰਮ ਜੰਤ, ਹਉ ਕਿਆ ਸਲਾਹੀ ਕਿਰਮ ਜੰਤ। ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ। ਜਿਵਾ ਏਕ ਤੇ ਅਨੇਕ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਬਾਬਾ ਜੀ। ਏਕ ਤੇ ਅਨੇਕ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਬਾਬਾ ਜੀ।
ਕਿਹੜੇ ਕਿਹੜੇ ਗਾਵਾਂ ਬਾਬਾ ਜੀ। ਕਿਹੜੇ ਕਿਹੜੇ ਗਾਵਾਂ ਬਾਬਾ ਜੀ। ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ। ਤੂੰ ਠਾਕੁਰ ਊਚ ਭਗਵਾਨਾ। ਹਾਂ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੂੰ ਅਗਮ ਦਇਆਲ ਅਗੰਮ ਹੈ, ਆਪ ਲਹਿ ਮਿਲਾਈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ। ਕਹੇ ਨਾ ਜਾਨੀ ਅਵਗੁਣ ਮੇਰੇ ਅਕਸਤਨਾ। ਤੇਰੇ ਗੁਣ ਕੌਣ ਜਾਣ ਸਕਦਾ ਹੈ, ਕਿੰਨੇ ਕੁ ਹੈ। ਤੇ ਮੇਰੇ 'ਚ ਇੰਨੇ ਕੁ ਅਵਗੁਣ ਜਿਹੜੇ ਕਹਿ ਨਹੀਂ ਜਾ ਸਕਦੇ। ਕਈ ਗੁਰਮੁਖ ਇਸ ਤਰ੍ਹਾਂ ਵੀ ਅਰਥ ਕਰਦੇ, ਕਹੇ ਨਾ ਜਾਨੀ ਅਵਗੁਣ ਮੇਰੇ। ਵੀ ਕੀ ਤੂੰ ਮੇਰੇ ਅਵਗੁਣ ਨਹੀਂ ਜਾਣਦਾ, ਸਾਰੇ ਜਾਣਦਾ। ਤੋ ਸਤਿਗੁਰਾਂ ਦੀ ਵਡਿਆਈ ਵਿੱਚ, ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਰਾਤਰੀ ਦੇ ਦੀਵਾਨਾਂ ਵਿੱਚ। ਸਤਿਗੁਰੂ ਬਾਬਾ ਜੀ ਕਿਰਪਾ ਕਰਨ, ਸਭ ਸੰਗਤ ਦੀ ਹਾਜ਼ਰੀ ਦਰਗਾਹ ਵੇਖੇ ਲਾਉਣ। ਇਹ ਹਾਜ਼ਰੀ ਬੜੀ ਵੱਡੀ ਚੀਜ਼ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜੋ ਸਰਨ ਆਵੇ ਤੇ ਸਕੰਠ ਲਾਵੇ। ਜੋ ਸਰਨ ਵਿੱਚ ਆਉਂਦਾ ਹੈ ਉਹਦੀ ਹਾਜ਼ਰੀ ਲੱਗਦੀ ਹੈ। ਇਹ ਹਾਜ਼ਰੀ ਭਰ ਭਰ ਕੇ ਗੁਰਮੁਖਤਾ ਦੇ ਖਿਤਾਬ ਮਿਲਦੇ। ਤੇ ਜਿਸ ਗੁਰਮੁਖ ਕਿੰਨੀ ਕੁ ਗੁਰਮਤ ਕਿੰਨੀ ਕੁ ਮਹਿੰਗੀ ਹੈ। ਜਿਸ ਗੁਰਮਤ ਦਾ ਨਾਮ ਲੈਂਦਿਆਂ ਗੁਰੂ ਸਾਹਿਬ ਨੇ ਪਹਿਲ ਬਾਣੀ ਅੰਦਰ ਪਤਾ ਕੀ ਕਿਹਾ, ਕਹਿੰਦੇ ਕੋ ਵਿਰਲਾ ਗੁਰਮਤ ਚੱਲੇ ਜੀਓ ਅਕਸਤਨਾ। ਵੱਡੀਆਂ ਪੜ੍ਹਾਈਆਂ ਪੜ੍ਹਦੇ ਨੇ ਨਾ ਕਈ, ਉਹ ਵੀ ਵਿਰਲੇ ਵਿਰਲੇ। ਪਰ ਕਹਿੰਦੇ ਸਤਿਗੁਰੂ ਕਹਿੰਦੇ ਕੋਟਨ ਮੈਂ ਨਾਨਕ ਕੋ। ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਹੜਾ ਨਾਰਾਇਣ ਨੂੰ, ਪ੍ਰਮਾਤਮਾ ਨੂੰ ਹਿਰਦੇ 'ਚੋਂ ਚੇਤਦਾ ਹੈ। ਗੁਰਸਿੱਖ ਮੀਤ ਗੁਰੂ ਚੱਲੋ ਗੁਰ ਚਾਲੀ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਦੀਆਂ ਵਡਿਆਈਆਂ ਸੁਣ ਕੇ, ਆਪਦੀਆਂ ਬੇਨਤੀਆਂ ਕਰ ਕਰਕੇ ਇਹ ਸਮਾਂ ਬਤੀਤ ਹੋਣਾ। ਜਿਵੇਂ ਨਾਰਦ ਮੁਨੀ ਨੇ ਨਾ ਇੱਕ ਵਾਰੀ ਕਿਹਾ ਭਗਵਾਨ ਦੇ ਦਰਸ਼ਨ ਕਰਨੇ, ਖੀਰ ਸਮੁੰਦਰ 'ਤੇ ਗਿਆ, ਹੋਰ ਬੜੀਆਂ ਥਾਵਾਂ 'ਤੇ ਕਿਤੇ ਗਿਆ, ਕਿਤੇ ਭਗਵਾਨ ਦੇ ਦਰਸ਼ਨ ਨਾ ਹੋਏ। ਇੱਕ ਥਾਂ 'ਤੇ ਨਾ ਸਾਧ ਸੰਗਤ ਇਕੱਠੀ ਹੋ ਕੇ ਹਰੀ ਜਸ ਕੀਰਤਨ ਕਰ ਰਹੀ ਸੀ। ਉੱਥੇ ਜਾ ਕੇ ਬੈਠੇ ਤੇ ਉੱਥੇ ਭਗਵਾਨ ਦੇ ਦਰਸ਼ਨ ਹੋਏ, ਪ੍ਰਗਟ ਬੈਠੇ। ਤੇ ਨਾਰਦ ਮੁਨੀ ਨੇ ਨਾ ਥੋੜ੍ਹੇ ਜਿਹੇ ਮਜ਼ਾਕ ਟਾਈਪ ਵਿੱਚ ਕਹਿ ਦਿੱਤਾ ਭਗਵਾਨ ਨੂੰ, ਭਗਵਾਨ ਆਪ ਘਰ ਦੇ ਨਾ ਘਾਟ ਦੇ ਅਖਰਤ ਨਾ। ਕਹਿੰਦੇ ਮੈਂ ਇੰਨੀ ਥਾਵਾਂ 'ਤੇ ਲੱਭਿਆ, ਤੁਸੀਂ ਲੱਭੇ ਨਹੀਂ। ਤੇ ਹੁਣ ਇੱਥੇ ਸਤਸੰਗਤ ਵਿੱਚ ਮੈਂ ਬੈਠਾ ਆਣ ਕੇ ਤੇ ਤੁਹਾਡੇ ਦਰਸ਼ਨ ਹੋ ਗਏ। ਤੇ ਉਦੋਂ ਉਸ ਚੀਜ਼ ਦਾ ਜਿਹੜਾ ਸੀਨ ਸੀ ਨਾ, ਉਹ ਭਾਈ ਗੁਰਦਾਸ ਜੀ ਨੇ ਆਪਦੇ ਕਵਿਤ ਉਚਾਰਿਆ। ਕਹਿੰਦੇ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਮੇਰਾ ਨਿਜ ਘਰ ਹੈ, ਸਾਧ ਸੰਗਤ ਵਿੱਚ ਵਸਦਾ ਮੈਂ। ਇਹ ਨਾਮ ਜਪਣਾ ਜਪਾਉਣਾ, ਇਹ ਜਿੱਥੇ ਨਾਮ ਦੀਆਂ ਬਾਤਾਂ ਨੇ ਉੱਥੇ ਨਾਮੀ ਨੂੰ ਲੱਭਣ ਦੀ ਲੋੜ ਨਹੀਂ, ਉੱਥੇ ਹੁੰਦਾ ਹੀ ਹੁੰਦਾ ਹੈ। ਅਤੇ ਜਿੱਥੇ ਨਾਮੀ ਪ੍ਰਗਟ ਹੋਣ ਤੇ ਸਦਾ ਹੀ ਨੇ, ਹਰ ਥਾਂ 'ਤੇ ਨੇ। ਜਹ ਜਹ ਦੇਖੂੰ ਤਹਿ ਹਜ਼ੂਰ ਦੂਰ ਕਦੋਂ ਨਾ ਜਾਈ। ਪਰ ਜਿੱਥੇ ਵਿਸ਼ੇਸ਼ ਪੂਜਨ ਹੋਇਆ ਹੋ ਰਿਹਾ ਹੋਵੇ, ਆਰਾਧ ਰਹੀ ਹੋਵੇ ਸੰਗਤ, ਅਤੇ ਉੱਥੇ ਸਤਿਗੁਰੂ ਨਾ ਆਉਣੇ ਹੋ ਹੀ ਨਹੀਂ ਸਕਦਾ। ਆਪਣੇ ਆਪ ਨੂੰ ਇਉਂ ਨਹੀਂ ਬੈਠਣਾ, ਇਹ ਨਹੀਂ ਕਹਿਣਾ ਕਿ
किते आपदी मर्जी नाल कही जाते हाज़री लवाउण वास्ते बैठे। हाज़री किन्ने लाउणी? आखो सतनाम। हाज़री इउं ही महसूस करना जिवें बाबा जी कहंदे हुंदे सी हाज़र नाज़र गुरु नानक आखो सतनाम। गुरु नानक साहब नूं कल्ला गुरु नानक साहब ने कहंदे मेरे हाज़र नाज़र गुरु नानक। कमरे विच वड़न वास्ते आग्या मंगनी हाज़र समझण दी निशानी है। अरदास करनी सतगुरां दे कमरे विच सचखंड विच प्रवेश होने वास्ते सतगुरु सच्चे पातशाह कृपा करो तुहाडा सेवक तुहाडी हजूरी च हाज़र है। सचखंड विच अंदर आउण दी आग्या बख्शो ते सेवा करन दी आग्या बख्शो। ये बेनती करनी। सारियां सेवावां अंदरलियां निभा के फिर बाद विच बेनती करनी सच्चे पातशाह आप दी अगाध बोध सेवा बड़ी अगम है। सेवक कोलों सेवा करदियां बेअंत भुलां गलतियां हो जाणियां चितारिओ ना किते महाराज। सेवा दे योग करिओ आप ही तुसीं। ये हाज़र नाज़र ये गुरु नाल बातां ने गुरु नाल गल्लां करनियां। ये सिद्ध करदे कि साडा गुरु साडे विच बैठा होया है। ये उदों फिर हाज़रियां लगियां ही लगियां। कोई शंका करन दी नहीं लोड़। उदों हाज़रियां लगियां जदों असीं गुरु नूं हाज़र समझांगे जी। हाज़र ना समझांगे फिर नहीं। गुरमुख तां इत्थों तक हाज़र समझदे है दुकालंग परनासी दयालंग स्वरूपे सदा अंग संगे अभंगंग विभूते। मेरे अंग संग रहना जी धन गुरु नानक धन गुरु नानक। मेरे अंग संग रहना जी धन गुरु नानक धन गुरु नानक। मेरे अंग रहना जी धन गुरु नानक धन गुरु नानक। धन गुरु नानक धन गुरु नानक धन गुरु नानक धन गुरु नानक। अंग संग रहना जी धन गुरु नानक धन गुरु नानक। मेरे अंग संग रहना जी धन गुरु नानक धन गुरु नानक। ये तो आपके सिर ते है। जिमें जिमें पूजे जैसा सहवे तैसो तैसो होवे। जिहो जी सेवा जिहो जी भावना हो जी। आम ही आप कह दें ना जिहो जी नीत हो जी मुराद। आख सतनाम। वही भाव की आपके सिर ते है। धन्ने भगत ने भी इस धरती ते जन्म लिया। पत्थर चो परमात्मा नूं कढ़ लिया। सतनाम। कहते सिखा इहो जी भावना होवे कि जिथे कहते प्रगट उन्होंने पत्थर चो भी प्रगट होना पिया। इहो जी कहते तेरा मैं बेनती करा। उस वेले गुरु ग्रंथ साहब महाराज जी अजे बाणी नहीं सी उचारी हुई। पता ही है इतने गुरु नानक साहब जी जो अवतार होए धन्ने भगत जी पहला होए। उस वेले गुरबाणी का उचारण नहीं सी होया। धन्ने भगत का दृष्टांत वेखो कि उन्हें पत्थर विचों आपदा भगवान सिद्ध कर लिया कि मेरा भगवान इहदे विच है। उत्थों एक बड़ी वड्डी तंबाली बड़ी बारी आपां ये साखी सुनी हुई है कि मेरा भगवान इहदे विच हैगा ही हैगा। छकूगा तो भोग लाऊगा तो छकना नहीं तो मैं
बैठा, क्योंकि आने वाले समय नूं दर्शा रहे से। अख सतनाम। निरंकार की सोच बड़ी आगाध बोध है। आप शुरू किया सी ना, हाँ क्या सलाही किरम जंत, मैं कीड़ा तेरी वड्डी वड्याई किवें कथन कर सकता है। हजे गुरबाणी का उचारण होना है, हजे गुरु ग्रंथ साहिब जी नूं गुरगद्दी मिलनी है, पर इत्थों तक पहुँचण वास्ते पहला किहो जे मील पत्थर गड्ढे जा रहे हैं भावना दे, कि एक पत्थर नूं कोई गुरगद्दी नहीं सी मिली, एक उहदे चों प्रगट कर लिया। सिखा तेरे ते गुरु ने अख सतनाम, प्रगट गुरां की दे। उन्हें तो भगवान पत्थर चो पा लिया, तो प्रगट नूं नहीं पा सकिया। अख सतनाम, प्रगट नूं नहीं प्रगट कर सकिया। हर थां ते बड़ी थां ते कौतक वेख वेख के, सतगुर दे अचरज कौतक देख सुन के भी, किते सुनदा है किते फलानी थां ते गुरु साहिबां ने अगे सिख ने अरदास की, उहदी पूरी हुई होया। ये भावना बनाउंदियां चीज़ां, अनेकां साखियां अनेकां इतिहास जो गुरु नानक साहिब जी आप कृपा की 10वें जामे तक सिखां दी भावना ही बनाउंदे आए। अख सतनाम। सिखां दे विच आप ही कौतक, सिखां नूं किस तरह करवाउणा, किते मरदाने नूं भुख लवाउणी, किते भाई मंझ वर्गिਆਂ नूं खूह विच सुੱਟਣਾ, फिर वर देने। इस सेवा दे ये चीज़ां आपदी तां कौतक सी सारे उन्हां दे। ये सारे कौतक तां ही कीते आ सिख नूं भी मैं गुरु ग्रंथ साहिब जी की भीड़ नूं गुरगद्दी देनी है। सिखा को कसर रह ना जावे, तेरे मन च भरम रह ना जावे कि इन्ना गल इत्थे नहीं पता लग्या कोई। अख सतनाम, पता नहीं लग्या इत्थे। चोजी मेरे गोविंदा, चोजी मेरे प्यारे, चोजी मेरे गोविंदा, चोजी मेरे प्यारे, हर प्रभु मेरा चोजी जियो, हर प्रभु मेरा चोजी जियो। कहते थे किते सिखा तो पुत्रां धियां दे मोह च ना फस जी, आपदे चार लाल वारे। अख सतनाम। मैं त्याग्या मोह, तुसी त्याग के रखियो। कहते त्याग की गल होई तो आनंदपुरी वर्गे किड्डे सोहणे मंदिर महल छड्डे। किते इन्हां च ना लोभ च ना मोह च ना फसियो तुसी। अख सतनाम। मैं छड्डे कि नहीं, सदा फकीर बन के रहियो, जिमें रब रखे उं दी रजा च रहना सिखियो। चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया, हर प्रभु मेरा चोजी जियो, हर प्रभु मेरा चोजी जियो। हर आप कौन पाएगा मेरे गोविंदा, हर आपे गोपी खोजी जियो,
हरे आप कौन पाएगा मेरे गोविंदा, हरे आप गोपी हो जी जियो, जो जी मेरे गोविंदा, जो जी मेरे प्यारे, जो जी मेरे गोविंदा, जो जी मेरे प्यारे, हर प्रभु मेरा जो जी जियो, हर प्रभु मेरा जो जी जियो। हरे आप सब घट भोगदा मेरे गोविंदा, आपे रसिया भोगी जियो, आपे रसिया भोगी जियो, जो जी मेरे गोविंदा, जो जी मेरे प्यारे, जो जी मेरे गोविंदा, जो जी मेरे प्यारे, हर प्रभु मेरा जो जी जियो, हर प्रभु मेरा जो जी जियो। हर सुजान ना भुलई मेरे गोविंदा, मेरे मेरे गोविंदा, मेरे 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 गोविंदा, मेरे गोविंदा, मेरे गोविंदा, हर सुजान भुलई मेरे गोविंदा, आपे सतगुर जोगी जियो, आपे सतगुर जोगी जियो, जो जी मेरे गोविंदा, जो जी मेरे प्यारे, जो जी मेरे गोविंदा, जो जी मेरे प्यारे, हर प्रभु मेरा जो जी जियो, हर प्रभु मेरा जो जी जियो, हर प्रभु मेरा जो जी जियो। ये सारे चोज गुरु नानक साहब ने बचन किया सी साईं बुढ़न शाह नूं, जदों साईं बुढ़न शाह ने दुध पियाया सी ना, ते उदों साईं जी ने कहा सी महाराज वड्डी आरजू बख्शो, ते गुरु नानक साहब ने बचन किया सी साईं जी जदों जी करे उदों आ जिओ, आख सतना। ये बचन जदों जी करे
उदों आ जिओ। तो वेखो गुरु नानक साहब का समा सारा बतीत होया, गुरु अंगद देव महाराज जी का सारा समा पातशाही सारी बतीत हुई, गुरु अमरदास महाराज जी की पातशाही, गुरु रामदास महाराज, गुरु अर्जन देव महाराज जी, तो फिर गुरु हरगोबिंद साहब जी का समा आया। तो साईं बुढ़न शाह की उम्र बहुत हो चुकी सी, ते मन में संकल्प हो रहा, वेखो ये सारे साईं जी के मुखों कढ़ाने वाले भी आप, ते आरजू देने वाले भी आप। ताइए तो क्या चोजी मेरे गो, तेरे चोज है। इन्होंने मद्दों मानस दे की हथ है, अपने वस की है कि आप की मंगते हैं। ये सब ज्यों बुलावे त्यों बोले स्वामी, सारी सृष्टि तेरे हाथ है, तेरे हुक्म तो बिना तो कोई साह नहीं लै सकता महाराज। बोलना तो एक पासे रहा सतना। तो कहते भी अज साईं जी के मन में आया, किते आरजू मंगी जाते सी, ते अज मन में ये भी अज आ गई कि अज हुण शरीर का त्याग कर देना सतना। देखो पर कहते शरीर तो छड्डना है, पर मेरा जी करता है कि उही गुरु नानक साहब की गुरगद्दी ते जिहड़े हुण गुरु बैठे किते वो सामने आउण ते फिर मैं उन्हां दे चरनां 'च शरीर छड्डां। ये मन में अस फिर भी गुरु नानक साहब के दीदार सतगुरां दा बचन माड़ी मोटी गल थोड़ा, उस बचन की बरकत गुरु हरगोबिंद साहब महाराज नूं खिच पई। तो सतगुरु जी गुरु हरगोबिंद साहब महाराज जी आप कृपा की आए, ते नाल सिंह होर भी फौजां नाल। पता लग्या गुरु हरगोबिंद साहब छेवें गुरु नानक ने। फिर साईं जी ने ना एक बेनती की गुरु हरगोबिंद साहब महाराज ने, कहते सतगुरु ठीक है, ठीक है, तुसी उही गुरु नानक दे गुरगद्दी दे वारस हो, तुसी छेवीं जगह ते विराज रहे हो, संगतां नूं तार रहे हो। वेखो कल्ली वेखो किते सिखां दे मन विच भरम ना रह जे, किवें किवें बरीकियां दे नाल सिख दा भरम कढ़दे आ गुरु साहब। किते सिख ये ना कह दे कि गुरु नानक साहब होर सी ते गुरु अर्जन देव जी गुरु हरगोबिंद साहब इस पातशाहियां कुछ होर सी। आख सतनाम। वेखो किवें कोई कसर नहीं छड्डी सिखा तेरी भावना बनाउण लग्या, पर तेरी भावना फिर ना बनी। आख सतनाम, फिर भी ना बनी। कहंदे भी पता सी मेरे सिख बड़े कुतर्की हो जाणगे, पॉइंट पॉइंट ते सवाल करनगे, ते सतगुरु भी बड़ा वड्डा अगाध बोध सी कि सिख दे सारे संसे मैं कढ़ दिया। इन्ना भी प्यार कोई करदा हुंदा है। आख सतनाम। कहंदे भी महाराज ठीक है, अज छेवीं जगह ते तुसी संगतां नूं उतार रहे हो, उही गुरगद्दी ते हो, पर मैं तो उही मोहनी मूरत वो गुरु नानक साहब वाली, मैंने तो उस रूप में दर्शन दिओ। ते गुरु हरगोबिंद साहब बैठे बैठे गुरु नानक स्वरूप होए। आख सतनाम। कल्ला साईं जी की इच्छा नहीं पूरी की, आने वाले सिखां दे मन के संसे भी दूर किए। सिखा कि तेरे मन च ये ना रहे जी कि गुरु नानक साहब होर सी ते गुरु हरगोबिंद साहब होर सी। जोत ओहा जुगत साई सहकाया फिर पलटीए। आख सतनाम। ये बाणियां पंक्तियां लिखियां नहीं, सच है। ते 10वें सतगुरां दे समय की होया, कि जदों बाणी गुरु गोबिंद सिंह जी ने उचारी सी ना, सारी बाणी गुरु गोबिंद सिंह महाराज ने अंतरजामता दे नाल सारी एक ओंकार तो लैके 18 10 20 तक जबानी उचारी सी। एक सतनाम क्या सी ना, जे गुरु है ते बाणी लिख लवे। आख सतनाम। ते की कहिए, ओही गुरु सारी बाणी लिखता पिया। साहब की आ तो फिर शुरू तो उन्नी उचारी। आख सतनाम।
तेरी महिमा दा अंत ना धन गुरु बाजा वालिया महिमा दा अंत ना धन गुरु बाजा वालिया धन गुरु बाजा वालिया धन गुरु बाजा वालिया गुरु बाजा वालिया धन गुरु बाजा वालिया तेरे गुणा दा अंत ना आवे धन गुरु बाजा वालिया गुणा दा अंत ना आवे धन गुरु बाजा वालिया ਕਿਤੇ ਜੰਗਾਂ ਵੀ ਕੀਤੀਆਂ ਜੰਗਾਂ ਨਾਲ ਮੁਗਲਾਂ ਨੂੰ ਵੱਢਿਆ ਕਿੰਨੀ ਸੋਧੀ ਦੁਨੀਆ ਕਿਤੇ ਨਿਮਰਤਾ ਨਾਲ ਤਾਰੀ ਜਾਂਦੇ ਆ ਤੇ ਕਿਤੇ ਕਲਮ ਦੇ ਨਾਲ ਹੀ ਜਾਨ ਕੱਢ ਦਿੰਦੇ ਆ ਸਤਨਾਮ ਜਫਰਨਾਮਾ ਜਦੋਂ ਲਿਖਿਆ ਸੀ ਨਾ ਔਰੰਗਜ਼ੇਬ ਬਾਦਸ਼ਾਹ ਨੂੰ ਕਲਮ ਹੀ ਚਲਾਈ ਸੀ ਇਕੱਲੀ ਤੇ ਜਦੋਂ ਜਫਰਨਾਮਾ ਪੜ੍ਹਿਆ ਸੀ ਨਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਕਿਸੇ ਤੋਂ ਵਸ ਨਹੀਂ ਸੀ ਨਾ ਆਉਂਦਾ ਹਰ ਇੱਕ ਤੇ ਉੱਤੇ ਜ਼ੁਲਮ ਹਰ ਇੱਕ ਧਰਮ ਤੇ ਜੁਰਮ ਕੱਲਾ ਮੁਗਲ ਹੀ ਹੋਣ ਸਦਾ ਹੀ ਮੁਗਲ ਹੀ ਆਪਦੇ ਧਰਮ ਵਿੱਚ ਇੰਨਾ ਵਾਧਾ ਕਰਨ ਵਾਲਾ ਕਹਿੰਦੇ ਐਡਾ ਕਠੋਰ ਆਪਦੇ ਪਿਤਾ ਭਰਾਵਾਂ ਤੇ ਤਸ਼ੱਦਦ ਕੀਤਾ ਉਸ ਬੰਦੇ ਦਾ ਹਿਰਦਾ ਕਿੰਨਾ ਕਠੋਰ ਹੋਏਗਾ ਪਰ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਜਫਰਨਾਮਾ ਲਿਖ ਕੇ ਭੇਜਿਆ ਨਾ ਤਾਂ ਕਹਿੰਦੇ ਉਦੋਂ ਉਹਦੇ ਤੋਂ ਪਾਣੀ ਪੀਣ ਦੀ ਹਿੰਮਤ ਨਹੀਂ ਸੀ ਰਹੀ ਆਖੋ ਸਤਨਾਮ ਬਚਨਾਂ ਦੇ ਨਾਲ ਹੀ ਮਾਰਤਾ ਆਖੋ ਸਤਨਾਮ ਸਤਿਗੁਰੂ ਕੀ ਨਹੀਂ ਕਰ ਸਕਦੇ ਸਭ ਕੁਝ ਸਿੱਖਾਂ ਦੇ ਕਿਹੜਾ ਕਾਰਜ ਨਹੀਂ ਨਿਵਰਤ ਕਰ ਸਕਦੇ ਰਾਸ ਕਰ ਸਕਦੇ ਕਿਹੜਾ ਦੁੱਖ ਨਹੀਂ ਨਿਵਰਤ ਕਰ ਸਕਦੇ ਜਿਹਦੀ ਪੁਸ਼ਟੀ ਸਤਿਗੁਰਾਂ ਨੇ ਬਾਣੀ ਅੰਦਰ ਅੰਕਿਤ ਕੀਤੀ ਹੋਈ ਹੈ काटे कष्ट पूरे गुरुदेव काटे कष्ट पूरे गुरुदेव सेवक को दीनी अपनी
सेवो सेवक को दीनी अपनी से अपनी से कर पूरे गुरदे पूरे गुरदे मैं एक बेनती कर शब्द की गैन दे विच आपां थोड़ी जी बाला नहीं जुड़िया जाता मन लगता भी रस नहीं बनता हुंदा ना मन च काहदे तो नहीं हुंदा तुसी लाइव देखते हो ना हरमंदर साहिब जी का तुसी बरीकी नाल वेखो उत्थे बड़ियां हस्तियां शब्द कीर्तन हो रहा उत्थे कथा नहीं हो रही शब्द की सुरत शब्द की सवारी करती सुरत टिके हुए वो कोई आम नहीं उन्होंने बड़े वड्डे भाग है इस शब्द में जुड़न वास्ते बड़े वड्डे भाग चाहिए अपनी नहीं बनती क्या करता कथा ही चलती रहे गल क्योंकि अपने लैवल उत्थे है उत्थे एकाग्रता जी बन जाती पता नहीं लगता टाइम का तो जदों शब्द की चलती सुरत उदों नहीं उदों आप कहने रस नहीं की गल शब्द में रस नहीं है पर अपनी सुरत का उत्थे तक लैवल नहीं इस करके वो कैच नहीं करता इस करके आप कहना भी रस नहीं बनया कोई ना हरमंदर साहब बैठा होया सी आनंद च झूम रहा शब्द की रस लै रहा तो उन्हें फटिया जा चोला पाया होया सी ते मगर बैठा ना कोई पुरख सोचता कहना भी साधु फकीर या कोई तो चोला का पाटा जा तो उठेगा ना तो इनू मैं चोले के पैसे दूँगा झोला बना लेगा नवा ये हरमंदर साहब सीन का ये उन्हें सोचा कि जदों ये उठेगा ना पता नहीं हूँ कदों उठे मैं भी छेती जाना है तो इनू मैं चोले के पैसे दूँगा भी चोला सवा के पालूगा किन्नी बस वही संकल्प सोची जाए कदों उठे तो कदों मैं इनू चोले के पैसे देवां मेरी इच्छा है कि चोले के पैसे देवां बेचारा पाटा या चोला पाई फिरदा वो बेचारा हिलन जुलन लग पिया बिरती उसकी डोल गई बेचारे की बाद विच ना उन्हें ना तां उठ्या तो उन्होंने बांह फड़ लिया मगरले वो सोची जाता सी मन च उन्होंने बांह फड़ लिया कहता लिया की देना ही आख सतना लिया की देना कहता घंटा हो गया ना तो आपदा मन जोड़दा ना मेरी सुरत जुड़न देना आख सतना किते नाम सुनने वाले किते बंदियां नालों घट नहीं रहिंदे वो पूरे जोगी हो निबड़दे आख सतनाम कहंदे नाम सुनदा महात्म चार पौड़ियां सुनदे हो ना सुने 68 का इशनान सुने पढ़ पावे मान नाम सुनना 68 तीर्थां दे इशनान का फल है नाम सुनने नाल सब विद्या दे मान प्राप्त कर लैंदा है सुन की कोई माड़ी मोटी गल थोड़ा है असीं जाने सुन आने इत्थे घंटा लग जाता ये नहीं कि महात्म का पता नहीं किड्डा फल है इहदा वो सुन के लीन हुंदा सी ओदी उन्होंने अंतरयामता सुन के आ गई अख सतनाम कीर्तन सुन के ਉਹਦੇ अंदर अंतरयामता आ गई मगर बैठे दे बंदे दे मन की बुझ ली कि मैनूं पैसे देने चाहुंदा चोले दे अख सतनाम देखो ये नाम का प्रताप है सारा किवें भी होवे किते नाम च गुजरदी रवे साडी फिर शब्द कीर्तन विच सुरत टिकन लग पैंदी फिर जी करदा कि शब्द चली जावे भावें सवेर तो लेके शाम तक चली जावे फिर चले नहीं तो एक गल क्योंकि आपां मैं बेनती करा
ਜੀਵ ਦਾ ਸੁਭਾਅ ਗੱਲਾਂ ਨਾਲ ਹੁੰਦਾ, ਗੱਲਾਂ ਦੇ ਵਿੱਚ ਰਸ ਨਾਲ ਟੁਕਿਆ ਹੁੰਦਾ ਹੈ ਮਨ। ਚਲੋ ਕਥਾ ਵੀ ਉਹਨੂੰ ਗੱਲਾਂ ਦੇ ਰੂਪ ਵਿੱਚ ਲੈ ਲੈਂਦਾ ਸਤਿਨਾਮ, ਪਰ ਇਹਨੂੰ ਕਥਾ ਸਮਝਣੀ। ਮੈਂ ਨਾ ਇੱਕ ਬੇਨਤੀ ਕਰਾਂ, ਇੱਥੇ ਨਾ ਡੱਬ ਵਾਲੀ ਢਾਬ ਕਿਹੜਾ ਕੀਰਤਨੀ ਆਇਆ ਸੀ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਇੱਥੇ ਆਏ ਸੀ ਅਤੇ ਉਹਨਾਂ ਨੇ ਨਾ ਕੀਰਤਨ ਤੇ ਇੱਥੇ ਬੜੇ ਲੋਕੀ ਮੁੰਡੇ ਮੰਡੇ ਬੜੇ ਜਾਂਦੇ ਪਏ, ਅਤੇ ਇੱਧਰ ਦੀ ਮੈਂ ਸਮਾਪਤੀ ਕਰਕੇ ਇੱਥੇ ਖੜ੍ਹੇ ਤੇ ਉਹ ਇੱਧਰ ਦੀ ਮੱਥਾ ਟੇਕ ਕੇ ਚੰਗੇ 5-6 ਜਾਣੇ ਬੜੇ ਮੋਟਰਸਾਈਕਲ ਜੇ ਭਜਾਏ। ਮੈਂ ਕਿਹਾ ਵੀ ਕਿੱਧਰ ਚੱਲੇ ਹੋ? ਕਹਿੰਦੇ ਵੀ ਡੱਬ ਵਾਲੀ ਢਾਬ, ਕਹਿੰਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਦੀਵਾਨ ਲੱਗਾ ਅਤੇ ਕਹਿੰਦੇ ਸੁਣ ਚੱਲੇ। ਮੈਂ ਅੱਛਾ। ਮੈਂ ਕਿਹਾ ਵੀ ਬੜੇ ਲੋਕੀ ਜਾਂਦੇ ਆ, ਬਹੁਤ ਕੀ ਆ ਸੰਤਾਂ ਵਿੱਚ ਕਿੰਨੀ ਕੀ, ਮੈਨੂੰ ਵੀ ਦੱਸੋ ਮੈਂ ਵੀ ਦਰਸ਼ਨ ਕਰਾਂ। ਮੈਂ ਮਾੜਾ ਨਹੀਂ ਕਹਿੰਦਾ, ਵੀ ਕੋਈ ਚੀਜ਼ ਤਾਂ ਹੈ ਉਹਨਾਂ 'ਚ ਜਿਹੜੇ ਲੋਕਾਂ ਨੂੰ ਖਿੱਚਦੇ ਆ। ਚੁੰਬਕੀ ਖਿੱਚਦਾ ਹੁੰਦਾ, ਹੋਰ ਕਿਸੇ ਨੇ ਕੀ ਖਿੱਚ ਲੈਣ, ਮੈਨੂੰ ਦੱਸੋ ਸਹੀ ਮੈਂ ਵੀ ਵੇਖਾਂ। ਕਹਿੰਦੇ ਹੋਰ ਤਾਂ ਨਹੀਂ ਪਤਾ। ਵੇਖੋ ਨਹੀਂ ਗਿਆ ਬਾਬਾ ਗੱਲ ਬੜੀ ਟਿਕਾ ਕੇ ਕਰਦਾ ਸਤਿਨਾਮ, ਵਾਕਈ। ਕਹਿੰਦੇ ਹੋਰ ਚੀਜ਼ ਦਾ ਤਾਂ ਨਹੀਂ ਪਤਾ, ਬਾਬਾ ਗੱਲ ਬੜੀ ਟਿਕਾ ਕੇ ਜਾ ਕਰਦਾ। ਇਸ ਕਰਕੇ ਨਾ ਇਹ ਜਿਹੜੀਆਂ ਗੱਲਾਂ ਨੇ, ਵਾਕਈ ਕਬੀਰ ਸਾਹਿਬ ਦਾ ਸ਼ਬਦ ਮੈਨੂੰ ਚੇਤੇ ਆਇਆ। ਉਹਨਾਂ ਪਹਿਲਾਂ ਕਹਿਤਾ ਸੀ ਇਹ ਚੀਜ਼ ਜਿਹੜੀ ਅੱਜ ਵਰਤਦੀ ਪਈ ਹੈ ਨਾ, ਲੋਗ ਜਾਣੇ। ਵੇਖੋ ਬਾਣੀ ਕਦੋਂ ਉਚਾਰਨ ਹੋਈ, ਅੱਜ ਸਾਹਮਣੇ ਆਉਂਦਾ ਪਿਆ। ਇਹੋ ਗੀਤ ਲੋਕ ਜਾਣਨਗੇ, ਇਹ ਗੀਤ ਹੀ ਗਾਏ ਜਾਂਦੇ ਪਏ ਆ, ਗੀਤ ਲੋਗ ਜਾਣੇ। ਇਹੋ ਗੀਤ ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਵਿਚਾਰ। ਜੋ ਕਾਸ਼ੀ ਉਪਦੇਸ਼ ਹੋਏ, ਜੋ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਲੋਗ ਜਾਣੇ ਇਹੋ ਗੀਤ ਇਹ ਤਾਂ ਬ੍ਰਹਮ ਵਿਚਾਰ। ਇਹ ਤਾਂ ਬ੍ਰਹਮ ਦਾ ਆਪ ਦਾ ਫਰਮਾਨ ਹੈ। ਜਿਸ ਫਰਮਾਨ ਦਾ ਫਲ ਪਤਾ ਕੀ ਹੋਏਗਾ? ਅਖੀਰ ਇਸੇ ਸ਼ਬਦ ਦੀ ਅਖੀਰਲੀਆਂ ਪੰਕਤੀਆਂ ਕਬੀਰ ਸਾਹਿਬ ਕਹਿੰਦੇ, ਕੋਈ ਗਾਵੇ ਕੋ ਸੁਣੇ। ਸਮਾਪਤੀ ਦਾ ਵੀ ਟਾਈਮ ਹੋ ਚੱਲਿਆ। ਕਹਿੰਦੇ ਇਸ ਬਾਣੀ ਨੂੰ, ਇਸ ਗੁਰੂ ਦੇ ਗੁਣਾਂ ਨੂੰ ਕਹਿੰਦੇ ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਭਾਵੇਂ ਕੋਈ ਸੁਣੇ। ਹਰ ਨਾਮਾ ਚਿੱਤ ਲਾਏ, ਪਰ ਸ਼ਰਤ ਹੈ ਵੀ ਕੋਈ ਗਾਵੇ ਭਾਵੇਂ ਕੋਈ ਸੁਣੇ, ਪਰ ਚਿੱਤ ਲਾਉਣਾ ਜ਼ਰੂਰੀ ਹੈ। ਤੇ ਫਿਰ ਉਹਦਾ ਫਲ ਅਸੀਂ ਕਹਿੰਦੇ ਦੱਸਦੇ, ਦਾ ਫਲ ਕਿੰਨਾ ਮਿਲਣਾ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਕਹਿ ਰਿਹਾ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਹੇ ਅਖ ਸਤਨਾਮ। ਕਹਿੰਦੇ ਇਹ ਸੰਸਾ ਨਹੀਂ ਮਨ 'ਚ ਰੱਖਣਾ, ਅੰਤ ਨੂੰ ਦੁਨੀਆ ਦੇ ਤਾਂ ਬੰਧਨਾਂ ਦੀ ਟੁੱਟਣ ਦੀ ਗੱਲ ਛੱਡੋ, ਅੰਤ ਨੂੰ ਪਰਮ ਗਤੀ ਨੂੰ ਪਾਵੇਂਗਾ ਤੂੰ ਅਖ ਸਤਨਾਮ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਾਂ, ਇੱਕ ਛੋਟੀ ਜਿਹੀ ਵਿਚਾਰੀ ਜਾਵੇ ਨਾ ਗੱਲ, ਵੀ ਜਿਉਂ ਦਾ ਦਿਨ ਚੜ੍ਹਿਆ ਕਿੰਨੇ ਕੁ ਆਪਾਂ ਕੀਤੇ ਕੰਮ ਸਤਨਾਮ, ਤੇ ਬੰਦਾ ਅਨੇਕਾਂ ਕੰਮਾਂ 'ਚ ਬੰਨਿਆ ਨਹੀਂ ਹੋਇਆ। ਵੇਖੋ ਹੁਣ ਵੀ ਬਣ ਤਲਖੀ 'ਚ ਹੀ ਹੁੰਦਾ ਹੈ, ਮੈਂ ਛੇਤੀ ਜਾਵਾਂ, ਉਹ ਕਰਾਂ, ਇੱਧਰ ਜਾਣਾ, ਛੇਤੀ ਕਾਹਦੀ, ਕੁਛ ਨਹੀਂ ਕੀਤਾ ਸਵੇਰ ਦਾ ਤੇ ਕੁਛ ਕਰਨਾ ਵੀ ਨਹੀਂ ਆਖੋ ਸਤਨਾਮ। ਅਗਲੇ ਦਿਨ ਦੀ ਉਡੀਕ ਹੈ, ਕਰਨਾ ਫਿਰ ਵੀ ਕੁਛ ਨਹੀਂ ਆਖੋ ਸਤਨਾਮ। ਇਹ ਕਾਰਨ ਕੀ ਹੈ? ਇਹਦੇ ਵਿੱਚ ਕੀ ਚੀਜ਼ ਹੈ ਜਿਹੜੀ ਇੰਨੀ ਤਲਖੀ ਲਿਆਉਂਦੀ ਹੈ? ਕੁਝ ਕਰਨਾ ਵੀ ਨਹੀਂ ਤੇ ਬਹਿਣ ਵੀ ਨਹੀਂ ਦੇਣਾ ਆਖੋ ਸਤਨਾਮ। ਉਸੇ ਘਰਾਂ 'ਚ ਰਹਿੰਦੇ ਆ, ਜ਼ਿੰਦਗੀ ਬਤੀਤ ਹੋ ਚੱਲੀ ਉਹੋ ਜਿਹੇ ਦੇ ਉਹੋ ਜਿਹੀ ਹੈ। ਤੇ ਜੇ ਕੁਝ ਕਰਦੇ ਤੇ ਕੁਝ ਨਾ ਕੁਝ ਬਣ ਨਾ ਜਾਂਦੇ, ਕੁਝ ਬਣੇ ਵੀ ਨਹੀਂ ਅਸੀਂ, ਫਿਰ ਕੀ ਕਰਦੇ ਰਹੇ ਆ ਆਖੋ ਸਤਨਾਮ। ਜ਼ਿੰਦਗੀ ਦੇ ਵਿੱਚ
जे गड्डी ते चढ़े तो कदे गड्डी के टायरां थल्ले अग कढ़दी, बड़ी पता नहीं काहदियां कालियां। जे किते गए, जे बोले चले, किते बैठे मैं छेती जाना, ओ करना, आदि काहदियां कालियां कीतियां। काली का कोई बैनीफिट तो मिलिया नहीं, कहते देखिया तो नहीं कोई रिजल्ट निकलिया। कारण की है? ये कारण कुछ होर है इहदे विच की कहते ये आ जीव दे कर्म। आखो सतनाम। वो कर्म नहीं टिकण देंदे। आखो महापुरख आसन दे बैठे समाधि लगी 6-6 महीने नहीं उठते, माड़ा कर्म ही कोई नहीं, तलखी आउणी नहीं। आनंद स्वरूप है, आनंद स्वरूप बैठे हुए बिना गल तो भज्जू तुड़कू। ये मन खड़ नहीं दिंदा क्योंकि मन पापी जो है, कर्म बड़े माड़े ने, ये सिद्ध कर देंदे ये चीज़ां। इस करके सतगुरु ने बाणी अंदर किया, कहते बंधन मुक्त संतो हो मेरी। तुसी बंधना तो मुक्त है, तुसी वैसे धरती ते आए हो, तुसी शांत जित जिंदगी बतीत कर रहे हो। सानू स्यापे ही पए रहे है, साडी जिंदगी च पता नहीं असी सफल होने वास्ते किन्नी मुशक्कतां घालणियां ते पता नहीं होना भी कि नहीं होना। और सारियां जिहड़ियां मुशक्कतां ने वो है ही व्यर्थ है। ये भी नाल तुहाडी है भी सफल, बैठे भी तुसी शांत हो। की कर्म कीते हो महापुरखो तुसी? कहते बंधन मुक्त संत। सतगुरु ने बंधन मुक्त किया, पहला लिखिया होया बाणी अंदर भी तुसी बंधना तो मुक्त हो। तुहानू कोई बंधन नहीं, कोई कलेश नहीं व्यापदा, कोई तुहानू चिंता नहीं, कोई किसी तरह की टेंशन नहीं, कोई तुहानू काम क्रोध पाप लोभ मोह हंकार नहीं व्यापदे। सारियां तो बंधन तो मुक्त हो तुसी। तुहानू ताइए तक क्या, ताइए तो धन धन बाबा नंद सिंह जी, धन धन। यह व्यापार विरला पारे नान तांक सद बलिहारे। जिहड़ा ये व्यापार पारदा है कहते उनके तो सदा ही बलिहार है। इस करके वो बंधना तो मुक्त। अपन जिहड़े बंधन कर्मां दे ना वो ही नहीं शांत होने देंदे। होर करना आपां कुछ भी नहीं, ते होना भी नहीं अपने तो कुछ। सतना ये भी पता ही है, जे अपने तो हुंदा होवे फिर अरदासां सिखा तो क्यों करदा है? अख सतनाम। ये सिद्ध कर दिंदियां अपन किया कशू ना होए, कर है राम होए है सब। फिर तू अरदासां जतन तू आपदे करदा रहना है। फिर तू अरदासां जदों करदा ये चीज़ सिद्ध कर दिंदी है कि जो करना है मेरे सतगुरु ने करना है। फिर तू क्यों भज्जा फिरदा है? अख सतनाम। होश तो आउंदी है, इत्थे पता तो लगदा ही वाकई गलत हो रहा है। इस करके सतगुर तुमरे काज सवारे। सिखा तू नहीं सवारने अपने आप, सतगुरु सवारू तेरे कारज। ये वड्याई सतगुर ने रवैर विच। आओ एक धारना सारे पढ़ लो। है बाबा जी की प्रथा है, क्योंकि जिन्हों ने पा लिया सब कुछ वो रब वर्गे हो गए। ये धारना सारे पढ़ियो। महापुरखों नूं धन कहण नाल जम नेड़े नहीं आउंदे। चिट्टा बाणा हथ विच माला, देख लो स्वरूप रब दा। चिट्टा बाणा ते हथ विच माला, देख लो स्वरूप रब दा। हथ विच माला, हथ विच माला, नी संग ते देख लो स्वरूप रब दा। प्यारिओ देख लो स्वरूप रब दा। चिट्टा बाणा ते हथ विच
ਸਾਖੀ ਯਾਦ ਆਈ ਹੈ ਕਿ ਕਰ ਲਈਏ ਸੰਗਤ ਵਿੱਚ। ਜਿਵੇਂ ਗੁਰੂ ਸਾਹਿਬ ਨੇ ਬਾਣੀ ਅੰਦਰ ਕਹਿੰਦਾ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਸ਼ੂਆਂ ਪ੍ਰੇਤਾਂ ਮੁਗਧਾਂ ਨੂੰ ਵੀ ਤਾਰਿਆ। ਪਾਕਿਸਤਾਨ ਵਿੱਚ ਬਾਬਾ ਜੀ ਇੱਕ ਥਾਂ 'ਤੇ ਜਦੋਂ ਡੇਰਾ ਲਾਉਂਦੇ ਸੀ ਨਾ ਤੇ 10-15 ਦਿਨ ਦਾ ਸਮਾਂ ਦਿੰਦੇ ਸੀ ਸੰਗਤ ਨੂੰ। ਅਤੇ ਜਦੋਂ ਬਾਬਾ ਜੀ ਦੀ ਜਿਸ ਦਿਨ ਤਿਆਰੀ ਸੀ ਨਾ, ਸਾਰੀ ਸੰਗਤ ਬਾਬਾ ਜੀ ਨੂੰ ਵਿਦਾ ਕਰਨ ਵਾਸਤੇ ਸਾਰੇ ਪਿਆਰ ਵਿੱਚ, ਬਾਬਾ ਜੀ ਦਾ ਵਿਛੋੜਾ ਰੱਬ ਦਾ ਵਿਛੋੜਾ ਸੀ ਵੀ ਅੱਜ ਬਾਬਾ ਜੀ ਜਾਣਗੇ। ਬਾਬਾ ਜੀ ਨੂੰ ਵਿਦਾ ਕਰਨ ਵਾਸਤੇ ਬੜੀ ਸੰਗਤ ਇੰਨੇ ਦਿਨ ਚਰਨਾਂ 'ਚ ਰਹਿ ਕੇ ਆਨੰਦ ਮਾਣਿਆ ਸੀ ਅਤੇ ਅੱਜ ਚੱਲੇ ਹੈ। ਅਤੇ ਜਦੋਂ ਬਾਬਾ ਜੀ ਆਪਦੀ ਕੁੱਲੀ ਦੇ ਵਿੱਚ ਸੀ ਬੈਠੇ ਹੋਏ, ਸਾਰੀ ਸੰਗਤ ਤਿਆਰ ਸੀ ਵੀ ਬਾਬਾ ਜੀ ਹੁਣ ਗੱਡੀ ਵੀ ਜਿਹੜੀ ਰਾਜੇ ਪਟਿਆਲੇ ਨੇ ਦਿੱਤੀ ਸੀ ਤਿਆਰ ਸੀ, ਹਰੀ ਸਿੰਘ ਡਰਾਈਵਰ, ਸਾਰੇ ਬਿਹੰਗਮ ਹੋਰ ਵੀ ਸਭ, ਕਿ ਬਾਬਾ ਜੀ ਹੁਣ ਜਦੋਂ ਕੁੱਲੀ 'ਚ ਆਉਣ ਅਤੇ ਜਾਈਏ। ਬਾਬਾ ਜੀ ਕੁੱਲੀ 'ਚ ਹੀ ਬੈਠੇ, ਹਜੇ ਬਾਹਰ ਨਹੀਂ ਸੀ ਆ ਰਹੇ। ਕਵੀ ਨੇ ਬੇਨਤੀ ਕੀਤੀ, ਹਜ਼ੂਰ ਕੀ ਹੁਕਮ ਹੈ ਵੀ ਸੰਗਤ ਬੜੀ ਉਡੀਕ ਰਹੀ ਹੈ, ਵੀ ਜੇ ਅੱਜ ਰਹਿਣਾ ਤਾਂ ਫਿਰ ਸੰਗਤ ਨੂੰ ਕਹਿ ਦਈਏ ਵੀ ਫਿਰ ਸ਼ਾਮ ਨੂੰ ਹੀ ਆ ਜਾਣਗੇ। ਅਤੇ ਬਾਬਾ ਜੀ ਕਹਿੰਦੇ ਬਈ ਕੋਈ ਵੇਖੋ ਸੰਗਤ ਵਿੱਚ ਕੋਈ ਹੋਰ ਕੋਈ ਓਪਰਾ ਬੰਦਾ ਤਾਂ ਨਹੀਂ ਆਇਆ ਸੰਗਤ ਵਿੱਚ। ਨਹੀਂ ਬਾਬਾ ਜੀ ਉਹੀ ਸੰਗਤ ਜਿਹੜੀ 8 ਦਿਨ 10 ਦਿਨ ਹਾਜ਼ਰੀ ਭਰ ਰਹੀ ਹੈ ਨਾ, ਸੰਗਤ ਤਾਂ ਬਹੁਤ ਹੈ, ਉਹੀ ਹੈ। ਬਾਬਾ ਜੀ ਕਹਿੰਦੇ ਨੇ ਕੋਈ ਹੋਰ ਓਪਰਾ ਆਇਆ ਕੋਈ, ਕਹਿੰਦੇ ਦੇਖੋ, ਕਹਿੰਦੇ ਬਾਬਾ ਜੀ ਕੋਈ ਨਹੀਂ ਆਇਆ, ਹੋਰ ਤਾਂ ਕੁਛ ਨਹੀਂ, ਇੱਕ ਬਾਹਰ ਬਾਂਦਰ ਫਿਰਦਾ ਹੈ, ਬੁੱਢਾ ਜਿਹਾ ਸਰੀਰ ਹੈ ਉਹਦਾ, ਸਤਨਾਮ। ਬਾਬਾ ਜੀ ਕਹਿੰਦੇ ਬੁਲਾਓ ਭਾਈ, ਉਹੀ ਤਾਂ ਸਾਨੂੰ ਜਾਣ ਨਹੀਂ ਦਿੰਦਾ, ਸਤਨਾਮ। ਉਹ ਬਾਂਦਰ ਨੂੰ ਬੁਲਾਇਆ, ਬਾਂਦਰ ਇਉਂ ਹੈ ਕਿ ਬਾਬਾ ਜੀ ਇੱਕ ਤਾਂ ਗੱਲ ਨਾ ਪੈ ਜੇ, ਇਸ ਤਰ੍ਹਾਂ ਚੰਚਲ ਸੁਭਾਅ ਹੁੰਦਾ। ਬਾਬਾ ਜੀ ਕਹਿੰਦੇ ਨਹੀਂ ਤੁਸੀਂ ਛੱਡ ਦਿਓ ਇਹਨੂੰ। ਜਦੋਂ ਬਾਬਾ ਜੀ ਦੇ ਕੋਲ ਆਇਆ ਅਤੇ ਬਾਬਾ ਜੀ ਦੇ ਇੱਕ ਹੁੰਦਾ ਵੀ ਉਹ ਬੰਦਿਆਂ ਵਾਂਗੂ ਹੀ ਆ, ਥੋੜ੍ਹਾ ਜਿਹਾ ਉਹਦਾ ਆਕਾਰ ਵੀ, ਅਤੇ ਬਾਬਾ ਜੀ ਦੇ ਟਿਕ ਲਾ ਕੇ ਬਾਬਾ ਜੀ ਦੇ ਦਰਸ਼ਨ ਇਉਂ ਕਰੀ ਜਾਵੇ ਜਿਵੇਂ ਕੋਈ ਮਨੁੱਖ ਕਰਦਾ ਹੁੰਦਾ ਹੈ, ਸੂਝੀ ਵਾਣ ਕੋ ਬੰਦਾ ਕਰਦਾ ਹੁੰਦਾ ਹੈ। ਅਤੇ ਬਾਬਾ ਜੀ ਦੇ ਦਰਸ਼ਨ ਕਰ ਕਰ ਰੱਜਦਾ ਨਹੀਂ। ਅਤੇ ਬਾਬਾ ਜੀ ਨੇ ਆਪਦਾ ਚਰਨ ਛੁਹਾਇਆ, ਫਿਰ ਉਹ ਸਰੀਰ ਛੱਡ ਗਿਆ। ਅਤੇ ਬਾਬਾ ਜੀ ਕਹਿੰਦੇ ਇਹਦੇ 'ਤੇ ਨਾ ਜਪਜੀ ਸਾਹਿਬ ਦਾ ਪਾਠ ਕਰ ਦਿਓ, ਇੱਕ ਦੱਬ ਦਿਓ। ਅਤੇ ਫਿਰ ਸਾਰੀ ਸੰਗਤ ਬਾਬਾ ਜੀ ਕੀ ਕਾਰਨ ਹੈ ਕੀ? ਬਾਬਾ ਜੀ ਕਹਿੰਦੇ ਕਿਸੇ ਜਨਮ ਵਿੱਚ ਸਾਡੀ ਸੇਵਾ ਕੀਤੀ ਸੀ, ਸਾਡੇ ਮੁੱਖੋਂ ਹੀ ਵਚਨ ਨਿਕਲ ਗਿਆ ਸੀ ਕਿ ਇਹਦਾ ਚੰਚਲ ਸੁਭਾਅ ਸੀ, ਕੀ ਤੂੰ ਬੰਦਰਾਂ ਵਾਂਗੂ ਨੱਚਦਾ ਫਿਰਦਾ, ਸਤਨਾਮ। ਅੱਜ ਇਹ ਅਰਦਾਸਾਂ ਕਰਦਾ ਸੀ ਕਿ ਕਿਸੇ ਸਮੇਂ ਬਣਾਇਆ ਵੀ ਤੁਸੀਂ, ਅੱਜ ਨਿਵਰਤ ਵੀ ਤੁਸੀਂ ਕਰਨਾ ਹੈ, ਚੱਲੇ ਹੋ, ਮੈਨੂੰ ਕਿੰਨੇ ਤਾਰਨਾ ਹੈ, ਸਤਨਾਮ। ਕਹਿੰਦੇ ਉਹ ਅੱਜ ਦਰਗਾਹ 'ਚ ਪਹੁੰਚਿਆ। ਕਰਮ ਹੁੰਦੇ ਆ ਜੀਵ ਦੇ, ਐਵੇਂ ਜੂਨਾਂ ਨਹੀਂ ਮਿਲਦੀਆਂ। ਇਸ ਕਰਕੇ ਬਾਬਾ ਜੀ ਦੇ ਘਰ ਵਿੱਚ ਆਈਆਂ ਸਾਰੀਆਂ ਸੰਗਤਾਂ ਦੀ ਬਾਬਾ ਜੀ ਨੂੰ ਆਪੇ ਸੰਭਾਲ ਹੈ, ਆਪੇ ਸਾਰਿਆਂ ਨੂੰ ਤਾਰਨਾ। ਪਰ ਜੇ ਕੋਈ ਬਾਬਾ ਜੀ ਨੂੰ ਆਪ ਨਾ ਜਾਣੇ, ਆਪਣਾ ਜਾਣੇ, ਪਿਆਰ ਤਾਂ ਸੰਸਾਰ ਨੂੰ ਸੰਸਾਰ ਕਰਦਾ ਹੀ ਹੈ। ਕਿਤੇ ਮਹਾਂਪੁਰਖਾਂ ਨੂੰ ਕੀਤਾ ਹੋਏ ਬਾਬਾ ਜੀ ਵਰਗਿਆਂ ਨੂੰ, ਕਿਤੇ ਕੁੱਲਾ ਨਾ ਤਰ ਜਾਣ, ਸਤਨਾਮ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਹਰ ਜਸ ਗਾਇਓ ਸੰਤ ਜਨਾ, ਕੋਟ ਜਨਮ ਕੇ ਦੁਖ ਗਵਾਇਓ, ਜੋ ਜਾ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਇਓ, ਗੁਰ ਪ੍ਰਸਾਦ ਨਾਨਕ ਮਤ ਪਾਈ, ਹਰ ਜਸ